ਸਵਈਆ ਛੰਦ ਪੁਨ ਸ਼੍ਰੀ ਅੰਗਦ ਕੋ ਜਸ ਬਰਨਿਓ ਬਹੁ ਪ੍ਰਕਾਰ ਕੇ ਗੁਣ ਬਿਦਤਾਏ ਕੀਰਤ ਸ਼੍ਰੀ ਗੁਰ ਅਮਰਦਾਸ ਕੀ ਨਿਜ ਬਾਣੀ ਮੈਂ ਰੁਚਿਰ ਬਨਾਏ ਕੁਸਮ ਬਸੰਤ ਤਰੰਗ ਗੰਗ ਕੇ ਗੁਣ ਬੇਅੰਤ ਇਤ ਦਾਏ ਜਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਇ। ਇਸ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੋਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਗੁਰਤਾ ਗੱਦੀ ਤੇ ਬਿਰਾਜਮਾਨ ਜਾਗਤ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਨੂੰ ਸਰਵਨ ਕਰਕੇ ਆਤਮਿਕ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਜਦੋਂ ਭੱਟ ਸਾਹਿਬਾਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ। ਪੁੱਛਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਉਣ ਦਾ ਕਾਰਨ, ਕਿੱਥੋਂ ਆਏ ਹੋ, ਕਿੱਥੋਂ ਦੇ ਰਹਿਣ ਵਾਲੇ ਹੋ? ਮਨ ਅੰਦਰ ਕੀ ਇੱਛਾ ਲੈ ਕੇ ਸਾਡੇ ਕੋਲ ਆਏ ਹੋ? ਤੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਜਿਹੜਾ ਮੁਖੀ ਸੀ ਭੱਟ ਭਿੱਖਾ ਜੀ,
ਉਹਨੂੰ ਕਹਿਣ ਲੱਗੇ, ਰਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਐ ਮੁਖੋਂ ਇਹ ਪੰਡਤ ਮਿੱਠੇ। बरस एक हो फिरयो, किना न परचो लायो, कहते कहती सुनी रहत को खुशी ना आयो। बहुत लंबा समा धरती दा भ्रमण कीता, बड़ी खोज कीती, बड़े बड़े योगियां कोल, तपस्वियां कोल, ब्रह्मचारियां कोल, सन्यासियां कोल मैं चल के गया, पर किसी ने मेरी तसल्ली नहीं कराई, किसी को मैनू मन की शांति नहीं मिली। गल्लां कहण वाले बहुत मिले, पर उन्हां दा अपना अमली जीवन नहीं, उन्हां दी अपनी जीवन दी कोई रहत नहीं। ऐसे लोकां दे मैं गुण की वर्णन करां जिन्हां अंदर कोई गुण वाली गल नहीं, ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੇ ਪਿੱਛੇ ਲੱਗੇ ਹੋਏ ਨੇ, ਦਵੈਸ਼ ਭਾਵਨਾ 'ਚ ਲੱਗੇ ਹੋਏ ਨੇ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪ ਜੀ ਦੇ ਨਾਲ ਮਿਲਾਪ ਹੋਇਆ ਹੈ, ਆਪ ਗੁਰੂ ਰੂਪ ਵਿੱਚ ਮਿਲੇ ਹੋ। ਇਸ ਤਰ੍ਹਾਂ ਦੇ ਨਾਲ ਮਨ ਦੀ ਜਿਹੜੀ ਹਾਲਤ ਸੀ ਉਹ ਬਿਆਨ ਕੀਤੀ ਹੈ, ਦੱਸਿਆ ਕਿ ਸਾਡਾ ਇੱਥੇ ਆਉਣ ਦਾ ਪ੍ਰਯੋਜਨ ਕੀ ਹੈ, ਕਾਰਨ ਕੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਹ ਤੁਹਾਡੇ ਹੰਕਾਰ ਦਾ ਫਲ ਹੈ। ਮਨ ਅੰਦਰ ਜੋ ਤੁਸੀਂ ਹੰਕਾਰ ਧਾਰਨ ਕੀਤਾ, ਹੰਕਾਰ ਧਾਰਨ ਕਰਨ ਕਰਕੇ ਤੁਹਾਨੂੰ ਮਨੁੱਖਾ ਦੇਹ ਮਿਲੀ, ਤੁਸੀਂ ਸੰਸਾਰ ਵਿੱਚ ਆਏ ਹੋ। ਹੁਣ ਪਹਿਲਾਂ ਆਪਣੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਜੀ ਅਤੇ ਬਾਕੀ ਗੁਰੂ ਸਾਹਿਬਾਨ ਦੀ ਉਸਤਤ ਕਰੋ। ਜਦੋਂ ਉਹਨਾਂ ਦੀ ਉਸਤਤ ਕਰੋਗੇ ਫਿਰ ਅਸੀਂ ਤੁਹਾਨੂੰ ਆਪਣੇ ਸਿੱਖ ਬਣਾਵਾਂਗੇ, ਫਿਰ ਤੁਹਾਡੇ ਹਿਰਦੇ ਨੂੰ ਸ਼ਾਂਤੀ ਮਿਲੇਗੀ। ਹੁਣ ਬੜੇ ਪ੍ਰਸੰਨ ਹੋਏ, ਖੁਸ਼ ਹੋਏ, ਬੇਨਤੀ ਕੀਤੀ ਹੱਥ ਜੋੜ ਕੇ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸਾਨੂੰ ਦੱਸੋ ਕਿ ਕਿੱਦਾਂ ਦੀ ਅਸੀਂ ਰਚਨਾ ਕਰੀਏ, ਕਿਸ ਚਾਲ ਵਿੱਚ ਹੋਵੇ, ਕਿੱਦਾਂ ਦੀ ਬੋਲ ਚਾਲ, ਸ਼ੈਲੀ, ਭਾਸ਼ਾ ਕਿੱਦਾਂ ਦੀ ਹੋਵੇ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜੇ ਆਪ ਨੇ ਰਚੇ ਹੋਏ ਸਵਈਏ ਸਨ, ਉਹ ਇਹਨਾਂ ਨੂੰ ਲਿਖਵਾ ਦਿੱਤੇ ਕਿ ਇਸ ਲੋਕਾਂ ਦੀ ਬੋਲ ਚਾਲ ਵਿੱਚ, ਲੋਕਾਂ ਦੀ ਭਾਸ਼ਾ ਵਿੱਚ ਜੋ ਰਚਨਾ ਤੁਸੀਂ ਕਰਨੀ ਹੈ। ਤੇ ਹੁਣ ਇਹਨਾਂ ਨੇ ਭੱਟਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਹੈ, ਸਵਈਏ ਰਚੇ ਨੇ। ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਹਾਨ ਉਪਮਾ ਕਰਦਿਆਂ ਬੇਅੰਤ ਸਵਈਆਂ ਦੀ ਰਚਨਾ ਕੀਤੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਣਾਂ ਨੂੰ ਵਰਣਨ ਕੀਤਾ ਹੈ। ਅੱਗੇ ਬਾਕੀ ਗੁਰੂ ਸਾਹਿਬਾਨ ਦੀ ਉਸਤਤ ਕਰ ਰਹੇ ਨੇ। ਆਓ ਇਥੋਂ ਅਗਲੇਰੇ ਪ੍ਰਕਰਣ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਪੁਨ ਸ਼੍ਰੀ ਅੰਗਦ ਕੋ ਜਸ ਬਰਨਿਓ, बहु प्रकार के गुण विदताए। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਹਾਨ ਉਪਮਾ ਵਿੱਚ ਸਵਈਏ ਰਚੇ, ਮਹਾਨ ਸ੍ਰੇਸ਼ਟ ਸੋ ਜਸ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ। ਫਿਰ ਇਹਨਾਂ ਭੱਟਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਬੇਅੰਤ ਗੁਣ ਉਹ ਵਰਣਨ ਕੀਤੇ ਹਨ। ਬੇਅੰਤ ਗੁਣਾਂ ਨੂੰ ਵਰਣਨ ਕੀਤਾ ਹੈ, ਮਹਾਨ ਸੁਜਸ ਕੀਤਾ ਹੈ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ, ਗੁਰ ਨਾਮ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ, ਸੁਖਾ ਟਲ ਗੁਰ ਸੇਵੀਐ,
ਅਹਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਇਸ ਤਰ੍ਹਾਂ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਬੇਅੰਤ ਗੁਣ ਵਰਣਨ ਕੀਤੇ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਨਮ ਮਰਨ ਦਾ ਵੱਡਾ ਜਿਹੜਾ ਦੁੱਖ ਹੈ ਉਹ ਜੀਵ ਦਾ ਚਲਾ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਕੀਰਤ ਸ਼੍ਰੀ ਗੁਰ ਅਮਰਦਾਸ ਕੀ ਨਿਜ ਬਾਣੀ ਮੈਂ ਰੁਚਰ ਬਨਾਏ। ਫਿਰ ਇਹਨਾਂ ਭੱਟਾਂ ਨੇ ਆਪਣੀ ਸੋਹਣੀ ਸੁੰਦਰ ਰਚਨਾ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ੍ਰੇਸ਼ਟ ਜਿਹੜੀ ਕੀਰਤੀ ਉਹ ਗਾਈ ਹੈ। ਕੁਸਮ ਬਸੰਤ ਤਰੰਗ ਗੰਗ ਕੇ ਗੁਣ ਬੇਅੰਤ ਇਤਿਆਦ ਜਨਾਏ। ਬਸੰਤ ਰੁੱਤ ਦੇ ਫੁੱਲ ਗੰਗ ਦੀਆਂ ਤਰੰਗਾਂ ਦੇ ਬੇਅੰਤ ਗੁਣ ਵਰਣਨ ਕੀਤੇ। ਕਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਾ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਹੇ ਬਣ ਆਵੈ। ਕਨਹਰ ਬੂੰਦ ਬੱਦਲ ਦੀਆਂ ਬੂੰਦਾਂ ਧਰਤੀ ਤੇ ਟਪਕਦੀਆਂ ਨੇ ਬਾਰਿਸ਼ ਜਦੋਂ ਹੁੰਦੀ ਹੈ। ਕਨਹਰ ਬੂੰਦ ਬਸੁਰ ਮਾਵਲ ਧਰਤੀ ਦੀ ਵਨਸਪਤੀ ਕੁਸਮ ਬਸੰਤ ਗਨੰਤ ਨ ਆਵੈ। ਬਸੰਤ ਰੁੱਤ ਦੇ ਫੁੱਲ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਰਵ ਸਸ ਕਿਰਨ ਉਦਰ ਸਾਗਰ ਕੋ ਸੂਰਜ ਤੇ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਨੇ ਉਹਨਾਂ ਨੂੰ ਕੋਈ ਨਹੀਂ ਮਾਪ ਸਕਦਾ, ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਸਾਗਰ ਦੇ ਪੇਟ ਸਮੁੰਦਰ ਦੇ ਪੇਟ ਨੂੰ ਕੋਈ ਨਹੀਂ ਨਾਪ ਸਕਦਾ। ਗੰਗ ਤਰੰਗ ਅੰਤ ਕੋ ਪਾਵੈ। ਗੰਗਾ ਦੀਆਂ ਤਰੰਗਾਂ ਨੂੰ ਕੋਈ ਗਿਣਤੀ ਨਹੀਂ ਕਰ ਸਕਦਾ। ਰੁਦਰ ਧਿਆਨ ਸ਼ਿਵ ਰੁਦਰ ਕਹਿੰਦੇ ਨੇ ਸ਼ਿਵ ਜੀ ਦੀਆਂ ਸਮਾਧੀਆਂ ਕਹਿੰਦੇ ਸ਼ਿਵ ਜੀ ਨੇ 12 ਸਾਲ ਦੀ ਇੱਕ ਸਮਾਧੀ ਲਾਈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਾ ਜੋ ਗਾਵੈ। ਸ਼ਿਵ ਜੀ ਦੀਆਂ ਸਮਾਧੀਆਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿੰਦੇ ਸਤਿਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਸਤਿਗੁਰ ਦੀ ਕਿਰਪਾ ਦੇ ਨਾਲ ਜੇ ਜੀਵ ਇਹਨਾਂ ਨੂੰ ਗਿਣ ਸਕਦਾ ਹੈ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਤੁਹਾਡੇ ਗੁਣਾਂ ਨੂੰ ਕੋਈ ਨਹੀਂ ਵਰਣਨ ਕਰ ਸਕਦਾ। ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਇਸ ਪ੍ਰਕਾਰ ਦੇ ਨਾਲ ਮਹਾਨ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਜਿਹੜਾ ਉਹ ਬਿਆਨ ਕੀਤਾ ਗਿਆ ਹੈ। ਜਿਨ ਕੇ ਸਮਸਰ ਅਪਰ ਨਹੀਂ ਕੋ ਤਿਨ ਕੀ ਉਪਮਾ ਤਿਨ ਬਨ ਆਏ। ਇਹ ਸਾਰਾ ਕੁਝ ਗਿਣ ਕੇ ਇਹ ਸਾਰਾ ਵਰਣਨ ਕਰਦੇ ਆ। ਧਰਤੀ ਦੀ ਵਨਸਪਤੀ ਬੱਦਲ ਦੀਆਂ ਬੂੰਦਾਂ ਮੀਂਹ ਦੀਆਂ ਕਣੀਆਂ ਤੇ ਸਾਗਰ ਦਾ ਪੇਟ ਗੰਗ ਦੀਆਂ ਤਰੰਗਾਂ ਦਾ ਵਰਣਨ ਕਰਦੇ ਆ। ਕਹਿਣ ਲੱਗੇ ਇਹ ਸਾਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਰਾਬਰੀ ਨਹੀਂ ਕਰ ਸਕਦੇ। ਜਿਨ ਕੇ ਸਮਸਰ ਅਪਰ ਨਹੀਂ ਦੇਖੋ ਤਿਨ ਜਿਨ੍ਹਾਂ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਿਨ ਕੀ ਉਪਮਾ ਤੇ ਬਣ ਆਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਹੀ ਬਣ ਆਉਂਦੀ ਹੈ। ਸ਼੍ਰੀ ਗੁਰ ਰਾਮਦਾਸ ਗੁਣ ਰਾਸੀ ਤਿਨ ਕੀ ਕੀਰਤ ਰਚੀ ਵਿਸਾਲ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਜੀ ਦੇ ਕੀਰਤੀ ਗਾਈ ਹੈ। ਸੁੰਦਰ ਕੀਰਤੀ ਬਣਾ ਕਰਕੇ ਵਰਣਨ ਕੀਤੀ ਹੈ। ਧੰਨ ਧੰਨ ਸਤਿਗੁਰ ਜਗ ਸੁਆਮੀ ਜਿਨ ਦੇਖਿਓ ਅਗ ਓਗ ਸੋ ਟਾਲ। ਕਹਿਣ ਲੱਗੇ ਹਨ ਜਗਤ ਦੇ ਸੁਆਮੀ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਹਨ।
ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੀਦਾਰ ਕੀਤੇ, ਦਰਸ਼ਨ ਕੀਤੇ, ਉਹਨਾਂ ਨੇ ਆਪਣੇ ਪਾਪਾਂ ਨੂੰ, ਦੋਸ਼ਾਂ ਨੂੰ ਖਤਮ ਕਰ ਲਿਆ। ਹਮੇ ਆਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਬਿਖ ਖਾਏ, ਮਾਇਆ ਮੋਹ ਭਰਮ ਪੈ ਭੁਲੇ, ਸੁਤ ਤਾਰਾ ਸਿਉ ਪ੍ਰੀਤ ਲਗਾਏ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਏ। ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਗਾਇਆ ਹੈ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ ਜੀਵ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਪੁਨ ਸ਼੍ਰੀ ਅਰਜਨ ਸੁਜਸ ਬਨਾਇਓ, ਏਕੋ ਜੋਤ ਪੰਜ ਗੁਰ ਨਾਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਹਾਨ ਸੁਜਸ ਕੀਤਾ ਹੈ। ਸੁਜਸ ਕਰਦੇ ਆ, ਕਹਿੰਦੇ ਪੰਜ ਗੁਰੂ ਸਹਿਬਾਨ ਦੇ ਇੱਕ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਟਿਕੀ ਹੋਈ ਹੈ। ਤਰਨ ਗਗਨ ਨਵ ਖੰਡ ਮਹਿ, ਜੋਤ ਸਵਰੋ ਪੇ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਜਬ ਲਉ ਨੇ ਭਾਗ ਲਿਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ, ਕਲ ਕੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਲੈ ਪਛਤਾਇਓ। ਤਤ ਵਿਚਾਰ ਜੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਇਆਲ ਪਾਤਸ਼ਾਹ ਸ਼ਾਂਤੀ ਦੇ ਮੁਜਸਮੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕੀਤਾ ਹੈ। ਧਰਮ ਤੁਜਾ ਧਰਨੀ ਸਮ ਧੀਰਜ, ਪਰ ਉਪਕਾਰੀ ਪਰਮ ਕਿਰਪਾਲ। ਕੁਲ ਸੋਢੇ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਧਰਮ ਦੇ ਤੁਜਾ ਨੇ, ਧਰਮ ਦੇ ਨਿਸ਼ਾਨ ਨੇ। ਧਰਨੇ ਸਮ ਧੀਰਜ, ਤੇ ਧਰਤੀ ਵਾਂਗ ਵੱਡਾ ਧੀਰਜ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ। ਪਰਮ ਕਿਰਪਾਲੂ ਤੇ ਪਰਉਪਕਾਰ ਕਰਨ ਵਾਲੇ ਹਨ। 122 ਰਚੇ ਸਵਈਏ, ਪੰਚੋਂ ਗੁਰ ਕੋ ਸੁਜਸ ਬਨਾਏ। ਇਸ ਤਰ੍ਹਾਂ ਦੇ ਨਾਲ ਪੰਜ ਗੁਰੂ ਸਹਿਬਾਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਮਹਾਨ ਸ੍ਰੇਸ਼ਟ ਸੁਜਸ ਕਰਦੇ ਆ। 122 ਸਵਈਏ ਜਿਹੜੇ ਇਹਨਾਂ ਭੱਟ ਸਹਿਬਾਨ ਨੇ ਰਚੇ ਹਨ। ਸ਼੍ਰੀ ਅਰਜਨ ਕੋ ਕੀਨ ਸੁਨਾਵਨ, ਪਰਮ ਪ੍ਰੇਮ ਮਨ ਮੈਂ ਉਪਜਾਏ। ਇਹਨਾਂ ਭੱਟ ਸਹਿਬਾਨਾਂ ਨੇ ਹਿਰਦੇ ਦੇ ਅੰਦਰ ਵੱਡਾ ਪ੍ਰੇਮ ਧਾਰਨ ਕਰਕੇ, ਪ੍ਰੇਮ ਨੂੰ ਧਾਰਨ ਕਰਦੇ ਆ। ਇਹ ਜਿਹੜੀ ਰਚਨਾ ਸੀ ਮਹਾਨ, ਜਿਹਦੇ ਵਿੱਚ ਕੀਰਤੀ ਗਾਈ ਗੁਰੂ ਸਹਿਬਾਨ ਦੇ, ਇਹ ਸਵਈਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰੇਮ ਦੇ ਸਹਿਤ ਸੁਣਾਉਣਾ ਕੀਤੇ ਹਨ। ਪਦ ਅਰਬਿੰਦ ਕਰੀ ਪੁਨ ਬੰਦਨ, ਦੀਨ ਪਾਏ ਪਾਟ ਜੋ ਸਮੁਦਾਏ। ਇਹ ਰਚਨਾ ਆਪਣੀ ਸੁਣਾਈ, ਰਚਨਾ ਸੁਣਾ ਕਰਕੇ ਫਿਰ ਬੜੇ ਦੀਨ, ਬੜੇ ਨਿਮਰ ਹੋ ਕੇ ਸਮੁੱਚੇ ਭੱਟ ਸਹਿਬਾਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋਏ ਹਨ। ਜਿਤ ਮੈਂ ਚਾਹਤ ਸਿੱਖ ਬਨ ਬੇਕੋ, ਜਾਚਤ ਸ਼ਾਂਤ
ਸੋ ਚਿਤ ਮੈਂ ਆਏ। ਮਹਾਨ ਸ੍ਰੇਸ਼ਟ ਸੁਜਸ ਕੀਤਾ ਤੇ ਸਨਮੁਖ ਖੜੇ ਹੋਏ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਸਹਿਤ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਕੀ ਚਾਹੁੰਦੇ ਨੇ? ਗੁਰੂ ਕੇ ਸਿੱਖ ਬਣਨਾ ਚਾਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰ ਦੇਣ, ਤਰਸ ਕਰ ਦੇਣ, ਨਦਰੇ ਅਨਾਇਤ ਕਰਕੇ ਸਾਨੂੰ ਆਪਣੇ ਸਿੱਖ ਬਣਾ ਲੈਣ। ਗੁਰੂ ਕੇ ਸਿੱਖ ਬਣ ਕੇ ਅਸੀਂ ਹਿਰਦੇ ਦੇ ਅੰਦਰ ਸ਼ਾਂਤੀ ਨੂੰ ਪ੍ਰਾਪਤ ਕਰ ਲਈਏ। ਭਏ ਪ੍ਰਸੰਨ ਬਹੁਤ ਸ਼੍ਰੀ ਅਰਜਨ ਤਿਨ ਕੀ ਕ੍ਰਿਤ ਗ੍ਰੰਥ ਲਿਖਵਾਏ। ਤੇ ਜਦੋਂ ਮਹਾਨ ਕੀਰਤੀ ਗੁਰੂ ਸਾਹਿਬਾਨ ਦੀ ਸੁਣਾਈ ਤੇ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਤੇ ਪ੍ਰਸੰਨ ਹੁੰਦਿਆਂ ਇਹਨਾਂ ਦੀ ਜਿਹੜੀ ਇਹ ਰਚਨਾ ਸੀ, ਇਹ ਬਾਣੀ ਸੀ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਲਿਖਵਾਈ ਹੈ। ਮਨ ਬਾਛਤ ਬਰ ਦੀਨ ਸਬਨ ਕੋ ਸਿੱਖ ਕਰੇ ਸ਼ਾਂਤੀ ਉਪਜਾਏ। ਤੇ ਇਹਨਾਂ ਨੂੰ ਮਨ ਇੱਛਤ ਜਿਹੜੇ ਵਰ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਬਖਸ਼ਿਸ਼ ਕੀਤੇ ਨੇ ਤੇ ਆਪਣੇ ਸਿੱਖ ਬਣਾ ਕੇ ਇਹਨਾਂ ਦੇ ਹਿਰਦਿਆਂ ਦੇ ਅੰਦਰ ਸ਼ਾਂਤੀ ਬਖਸ਼ਿਸ਼ ਕੀਤੀ ਹੈ। ਜਿਸ ਸ਼ਾਂਤੀ ਨੂੰ ਲੈਣ ਵਾਸਤੇ ਇਹਨਾਂ ਨੇ ਧਰਤੀ ਦਾ ਭਰਮਣ ਕੀਤਾ, ਦੇਸ਼ ਵਿਦੇਸ਼ ਖੋਜ ਮਾਰੇ, ਪਰ ਕਿਸੇ ਕੋਲੋਂ ਹਿਰਦੇ ਦੀ ਸ਼ਾਂਤੀ ਨਹੀਂ ਮਿਲੀ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤ ਚਿੱਤ ਸੁਭਾਅ ਦੇ ਮਾਲਕ, ਜਿਹੜੇ ਤੱਤੀ ਤਵੀ ਤੇ ਵੀ ਬੈਠੇ ਕਹਿੰਦੇ ਨੇ ਕਿਆ ਹੁਆ ਤਨ ਜਲ ਰਹਾ ਹੈ ਮਨ ਸ਼ਾਂਤ ਹੈ ਹਰੀ ਰਾਮ ਸੇ। ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ ਸ਼ਾਂਤੀ ਇਹਨਾਂ ਨੇ ਪ੍ਰਾਪਤ ਕੀਤੀ ਹੈ। ਸਿੱਖ ਬਣਾ ਕਰਕੇ ਹਿਰਦਿਆਂ ਅੰਦਰ ਸ਼ਾਂਤੀ ਬਖਸ਼ੀ ਹੈ। ਬ੍ਰਹਮ ਪਰ ਹਰਿਓ ਭਏ ਸਭ ਨਿਰਮਲ ਸ਼੍ਰੀ ਗੁਰ ਜਸ ਤੇ ਇਹ ਫਲ ਪਾਏ। ਹੁਣ ਗੁਰੂ ਕੇ ਸਿੱਖ ਬਣ ਗਏ ਤੇ ਹਿਰਦਿਆਂ ਦੇ ਅੰਦਰ ਜਿੰਨਾ ਭਰਮ ਸੀ ਉਹ ਹੁਣ ਹਿਰਦੇ ਦਾ ਭਰਮ ਚਲਾ ਗਿਆ ਹੈ। ਸੋ ਸਤਿਗੁਰੂ ਵਾਹੋ ਵਾਹੋ ਜਿਨ ਭਰਮ ਗੜ ਤੋੜਿਆ। ਭਰਮ ਦਾ ਕਿਲਾ ਬਣਿਆ ਹੋਇਆ ਸਾਡੇ ਅੰਦਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਰੱਥ ਗੁਰੂ ਸਤਿਗੁਰੂ ਜੀ ਨੇ ਉਹ ਭਰਮ ਦਾ ਕਿਲਾ ਜਿਹੜਾ ਸੀ ਤੋੜ ਦਿੱਤਾ ਹੈ। ਹਿਰਦੇ ਦਾ ਭਰਮ ਚਲਾ ਗਿਆ ਹੈ। ਭਏ ਸਭ ਨਿਰਮਲ, ਸਾਰਿਆਂ ਦੇ ਹਿਰਦੇ ਨਿਰਮਲ ਹੋ ਗਏ, ਪਵਿੱਤਰ ਹੋ ਗਏ ਤੇ ਗੁਰੂ ਪਾਤਸ਼ਾਹ ਜੀ ਦਾ ਜਸ ਕਰਨ ਦੇ ਨਾਲ ਇਹ ਵੱਡਾ ਫਲ ਪ੍ਰਾਪਤ ਕੀਤਾ ਹੈ। ਕੇਤਕ ਦਿਨ ਮੈਂ ਨਿਜ ਤਨ ਤਜ ਕੇ ਵੇਦ ਰੂਪ ਹੋਏ ਇਸ ਭਾਏ। ਤੇ ਇਸ ਤਰ੍ਹਾਂ ਫਿਰ ਕੁਝ ਸਮਾਂ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ। ਫਿਰ ਕੁਝ ਸਮੇਂ ਬਾਅਦ ਆਪਣੇ ਮਨੁੱਖੀ ਸਰੀਰ ਦਾ ਤਿਆਗ ਕਰਕੇ ਪਹਿਲਾਂ ਦੀ ਤਰ੍ਹਾਂ ਵੇਦ ਰੂਪ ਹੋ ਗਏ। ਲਿਖੇ ਸਮਸਤ ਸਵਈਏ ਸੋਊ ਸ਼੍ਰੀ ਗ੍ਰੰਥ ਸਾਹਿਬ ਕੇ ਮਾਏ। ਇਹਨਾਂ ਦੇ ਰਚਨਾ ਜਿਹੜੇ ਸੀ ਸਵਈਏ, ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਕੀਰਤੀ ਜਿਸ ਵਿੱਚ ਗਾਈ ਗਈ, ਉਚਾਰਨ ਕੀਤੇ, ਉਹ 122 ਸਵਈਏ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਏ ਹਨ। ਅੰਤ ਸਰਬ ਕੇ ਲਿਖ ਮੁਦਾਵਣੀ ਮੁੰਦਰਿਤ ਮੋਰ ਲਗੀ ਜਨਵਾਏ। ਤੇ ਇਹ ਸਵਈਏ ਲਿਖ ਕੇ ਫਿਰ ਸਵਈਆਂ ਤੋਂ ਅੱਗੇ ਸ਼ਲੋਕ ਵਾਰਾਂ ਤੇ ਵਧੇਕ, ਫਿਰ ਅੱਗੇ ਸੰਪੂਰਨਤਾ ਸਮਾਪਤੀ ਕਰਦੇ ਆ। ਮੁਦਾਵਣੀ ਰਾਗ ਵਿੱਚ ਸ਼ਬਦ ਲਿਖਿਆ ਤੇ ਮੁਦਾਵਣੀ ਸ਼ਬਦ ਲਿਖ ਕੇ ਮੁੰਦਰਤ ਮੋਹਰ ਲੱਗੀ ਜਨ ਵਾਹੇ ਤੇ ਅੱਗੇ ਇਸੇ ਇੱਥੇ ਸਮਾਪਤੀ ਕਰਨ ਦੀ ਜਿਹੜੀ ਉਹ ਮੋਹਰ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਾਈ ਹੈ। ਭੋਗ ਸਕਲ ਬਾਣੀ ਕੋ ਪਾਇਓ ਮਹਿਮਾ ਜਿਸ ਕੀ ਕਹੀ ਨਾ ਜਾਏ। ਤੇ ਫਿਰ ਸਾਰੀ ਬਾਣੀ ਦਾ ਭੋਗ ਪਾਇਆ ਗਿਆ ਹੈ। ਗੁਰੂ ਸਾਹਿਬਾਨ ਦੀ, ਭਗਤ ਸਾਹਿਬਾਨ ਦੀ, ਭੱਟ ਸਾਹਿਬਾਨ, ਗੁਰੂ ਕੇ ਸਿੱਖਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਸਾਰੀ ਬਾਣੀ ਲਿਖਵਾਈ ਗਈ ਹੈ ਤੇ ਭੋਗ ਪਾਏ ਗਏ ਨੇ ਜਿਸ ਦੀ ਮਹਾਨ ਮਹਿਮਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਐਸੀ ਪਾਵਨ ਗੁਰਬਾਣੀ ਜਿਹਦੇ ਵਿੱਚ ਮਹਾਨ ਉਸ ਵਾਹਿਗੁਰੂ ਪਰਮੇਸ਼ਰ ਪ੍ਰਭੂ ਦੇ ਮਿਲਾਪ ਦੇ ਬਾਬਤ ਜਿਹੜਾ ਹੈ ਉਹ ਜੀਵ ਨੂੰ ਪ੍ਰਭੂ ਭਗਤੀ ਵੱਲ ਪ੍ਰੇਰਣਾ ਕੀਤੀ ਹੈ, ਜਿਹਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ।
ਉਸ ਬਾਣੀ ਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਨਾ ਕਰਦਿਆਂ ਸਾਰੇ ਕਾਰਜ ਨੂੰ ਸੰਪੂਰਨ ਕਰਕੇ ਭੋਗ ਪਾਇਆ ਗਿਆ। ਭਵ ਜਲ ਭੈਰਵ ਕੋ ਜਹਾਜ ਬੱਡ, ਪ੍ਰਭੂ ਕਿਰਪਾ ਤੇ ਪਾਰ ਪਰਾਏ। ਇਹ ਜਿਹੜਾ ਸੰਸਾਰ ਸਾਗਰ ਹੈ, ਭਵਜਲ ਹੈ, ਜਿਸ ਨੂੰ ਤਰਨਾ ਬਹੁਤ ਕਠਿਨ ਹੈ, ਜਿਸ ਨੂੰ ਮਨੁੱਖ ਆਪਣੀ ਸਿਆਣਪ ਚਤੁਰਾਈ ਨਾਲ ਨਹੀਂ ਤਰ ਸਕਦਾ, ਬਹੁਤ ਕਠਿਨ ਹੈ। ਐਸੇ ਸੰਸਾਰ ਸਾਗਰ ਤੋਂ ਪਾਰ ਕਰਨ ਵਾਲੇ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਦੇ ਸਮਾਨ ਹਨ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਲਈ, ਤੇ ਵਾਹਿਗੁਰੂ ਕਿਰਪਾ ਕਰਕੇ ਇਸ ਜਹਾਜ਼ ਦੇ ਵਿੱਚ ਬਿਠਾ ਕਰਕੇ ਇਹ ਸੰਸਾਰ ਸਮੁੰਦਰ ਤੋਂ ਜੀਵਾਂ ਨੂੰ ਪਾਰ ਕਰ ਦਿੰਦਾ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦ, ਜੋ ਸ਼ਰਧਾ ਕਰ ਸੇਵਦ, ਜੋ ਸ਼ਰਧਾ ਕਰ ਸੇਵੰਦੇ, ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਹਾਰ, ਗੁਰ ਪਾਰੇ ਉਤਾਰਨ ਹਾਰ, ਗੁਰ ਪਾਰੇ ਉਤਾਰਨ ਹਾਰ, ਗੁਰ ਪਾਰੇ ਉਤਾਰਨ ਹਾਰ। ਪ੍ਰਭੂ ਦੀ ਕਿਰਪਾ ਦੇ ਨਾਲ ਜਿਹੜੇ ਇਸ ਸ਼ਬਦ ਰੂਪੀ ਨਾਮ ਰੂਪੀ ਜਹਾਜ਼ ਵਿੱਚ ਸਵਾਰ ਹੋ ਜਾਂਦੇ ਨੇ, ਤੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਭਵਜਲ ਤੋਂ ਪਾਰ ਕਰ ਦਿੰਦੇ ਹਨ। ਧਨ ਜਨਮ ਜਿਨ ਲਿਖਿਓ ਪਾਓ ਧਰ, ਸਫਲ ਹਾਥ ਆਪਣੇ ਕਰ ਤਾਏ। ਕਹਿਣ ਲੱਗੇ ਉਹਨਾਂ ਦਾ ਜਨਮ ਧਨ ਹੈ ਜਿਨ੍ਹਾਂ ਨੇ ਵੱਡਾ ਪ੍ਰੇਮ ਸਤਿਗੁਰੂ ਜੀ ਦੇ ਤਾਈ ਹਿਰਦੇ ਦੇ ਵਿੱਚ ਧਾਰਨ ਕਰਦਿਆਂ ਹੋਇਆਂ ਇਹ ਜਿਹੜੀ ਬਾਣੀ ਲਿਖੀ ਹੈ ਆਪਣੇ ਹੱਥ ਸਫਲ ਕੀਤੇ ਨੇ। ਬਾਣੀ ਲਿਖ ਕੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਲਿਖਣ ਦੀ ਸੇਵਾ ਨਿਭਾਈ, ਲਿਖਾਰੀ ਬਣੇ। ਸਤਿਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਤੋਂ ਇਹ ਸੇਵਾ ਲਈ, ਕਹਿਣ ਲੱਗੇ ਜਿਨ੍ਹਾਂ ਨੇ ਵੱਡਾ ਪ੍ਰੇਮ ਗੁਰੂ ਪਾਤਸ਼ਾਹ ਜੀ ਦੇ ਤਾਈ ਹਿਰਦੇ ਅੰਦਰ ਧਾਰਨ ਕਰਕੇ ਲਿਖਣ ਦੀ ਸੇਵਾ ਕੀਤੀ, ਉਹਨਾਂ ਨੇ ਲਿਖ ਕੇ ਆਪਣੇ ਹੱਥ ਜਿਹੜੇ ਹਨ ਉਹ ਸਫਲੇ ਕੀਤੇ ਹਨ। ਪਠੇ ਪ੍ਰੇਮ ਤੇ ਹਰਖੈ ਉਰ ਮੈਂ, ਉਲਕੈ ਝਲਕੈ ਜਲ ਦ੍ਰਿਗ ਮਾਏ। ਜਿਹੜੇ ਵੀ ਇਸ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਨੇ, ਜਿਹੜੇ ਵੀ ਇਸ ਬਾਣੀ ਨੂੰ ਪ੍ਰੇਮ ਨਾਲ ਸੁਣਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਆਨੰਦ ਵੱਧਦਾ ਹੈ। ਪੁਲਕਾਂ ਝਲਕਾਂ ਜਿਹੜੇ ਸਰੀਰ ਦੇ ਰੋਮ ਨੇ, ਰੋਮ ਰੋਮ ਖੜੇ ਹੋ ਜਾਂਦੇ ਨੇ। ਜਲ ਦ੍ਰਿਗ ਮਾਏ ਤੇ ਨੇਤਰਾਂ ਵਿੱਚ ਜਲ ਭਰ ਆਉਂਦਾ ਹੈ। ਅਸੀਂ ਬਾਣੀ ਨੂੰ ਪੜ੍ਹ ਕੇ ਜਦੋਂ ਮਨ ਅੰਦਰ ਵੈਰਾਗ ਆਉਂਦਾ ਹੈ, ਬਾਣੀ ਨੂੰ ਪੜ੍ਹਦੇ ਆ, ਹਿਰਦੇ ਅੰਦਰ ਆਨੰਦ ਵੱਧਦਾ ਹੈ, ਸਰੀਰ ਦੇ ਰੋਮ ਰੋਮ ਖੜੇ ਹੋ ਜਾਂਦੇ ਨੇ ਤੇ ਅੱਖਾਂ ਦੇ ਵਿਚੋਂ ਆਪ ਮੁਹਾਰੇ ਜਲ ਵਹਿ ਪੈਂਦਾ ਹੈ। ਹਰਖੈ ਜਨ ਅੰਮ੍ਰਿਤ ਕੋ ਬਰਖੈ, ਤਰਕੈ ਵਿਸ਼ੈ ਗੁਣਨ ਅਵਗਾਏ। ਪੜ੍ਹਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨ ਪ੍ਰਸੰਨ ਹੁੰਦੇ ਨੇ। ਅੰਮ੍ਰਿਤ ਕੋ ਬਰਖੈ, ਅੰਮ੍ਰਿਤ ਦੀ ਵਰਖਾ ਕਰਦੇ ਨੇ। ਤਰਕੈ ਵਿਸ਼ੈ, ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਤਿਆਗਦੇ ਨੇ ਮਨ ਅੰਦਰ। ਗੁਣਨ ਅਵਗਾਹੇ, ਤੇ ਗੁਣਾਂ ਨੂੰ ਵਿਚਾਰਦੇ ਨੇ। ਹਿਰਦੇ ਅੰਦਰੋਂ ਬਾਣੀ ਨੂੰ ਪੜ੍ਹ ਕੇ ਵਿਸ਼ੇ ਵਿਕਾਰਾਂ ਦੇ ਔਗਣਾਂ ਨੂੰ ਬਾਹਰ ਕੱਢਦੇ ਨੇ ਤੇ ਬਾਣੀ ਨੂੰ ਪੜ੍ਹ ਕਰਕੇ ਸ਼ੁਭ ਗੁਣ ਸ੍ਰੇਸ਼ਟ ਗੁਣਾਂ ਦੀ ਵਿਚਾਰ ਕਰਦੇ ਹਨ। ਸੇ ਨਰ ਪਾਰੇ ਪਾਰ, ਸੇ ਨਰ ਪਰੇ ਪਾਰ, ਨੈ ਜਨਮੈ ਸੁਨੇ ਏਕ ਮਨ ਥਿਰਤਾ ਪਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮਹਾਨਤਾ ਦੱਸਦਿਆਂ ਕਹਿੰਦੇ ਜਿਹੜੇ ਵੀ ਸਥਿਰਤ ਹੋ ਕੇ ਮਨ ਨੂੰ ਟਿਕਾ ਕਰਕੇ ਸਹਿਜ ਅਵਸਥਾ ਵਿੱਚ ਟਿਕ ਕੇ ਇਸ ਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਉਹ ਮਨੁੱਖ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਕੇਵਲ ਪਾਰ ਹੀ ਨਹੀਂ ਹੁੰਦੇ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ, ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ। ਦੋਹਰਾ ਪਾਇਓ ਗ੍ਰੰਥ ਸਾਹਿਬ ਰੁਚਰ ਭੋਗ ਪਾਏ ਬੇਹੇਤ। ਤੇ ਇਸ ਤਰ੍ਹਾਂ ਦੇ ਨਾਲ ਜੋ ਸੰਪਾਦਨਾ ਦਾ ਕਾਰਜ ਆਰੰਭ ਹੋਇਆ 1601 ਦੇ ਵਿੱਚ ਸ਼੍ਰੀ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਤੇ 1604 ਦੇ ਵਿੱਚ ਇਹ ਕਾਰਜ ਜਿਹੜਾ ਸੰਪੂਰਨ ਹੋਇਆ, ਸੰਪਾਦਨਾ ਦਾ ਕਾਰਜ ਜਿਹੜਾ ਆਰੰਭਿਆ ਗਿਆ ਸੀ। ਤੇ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਾਵਨੇ ਗ੍ਰੰਥ ਬਣ ਕੇ ਤਿਆਰ ਹੋ ਗਿਆ ਤੇ ਹੁਣ ਭੋਗ ਪਾਉਣ ਵਾਸਤੇ ਜਿਹੜੇ ਹੈ ਉਹ ਵਿਚਾਰ ਕਰਨ ਲੱਗੇ। ਅਨਕ ਪਾਤ ਉਤਸਾਹ ਕੀ ਤਿਆਰੀ ਕਰੀ ਸੁਚੇਤ। ਤੇ ਅਨੇਕ ਪ੍ਰਕਾਰ ਦੇ ਨਾਲ ਬੜੇ ਉਤਸ਼ਾਹ ਦੇ ਸਹਿਤ ਬੜੇ ਸੁਚੇਤ ਹੋ ਕੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ। ਟੋਟਕ ਛੰਦ ਬੋਕੀਨ ਤਿਹਾਵਲ ਮੇਲ ਪਇਓ। ਤੇ ਹੁਣ ਉਸ ਦਿਨ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ। ਉਸ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਐਸਾ ਮਾਹੌਲ ਸੀ, ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ, ਚਾਰੇ ਪਾਸੇ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸਨ। ਹਰ ਹਿਰਦਾ ਜਿਹੜਾ ਸੀ ਉਹਦੇ ਅੰਦਰ ਖੁਸ਼ੀ ਭਰੀ ਹੋਈ ਸੀ। ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ ਤੇ ਬਹੁਤ ਸਾਰੇ ਵੱਡੇ ਜਿਹੜੇ ਕੜਾਹ ਪ੍ਰਸ਼ਾਦੀ ਦੇਗ ਜਿਹੜੇ ਉਹ ਤਿਆਰ ਕਰਵਾਈ ਗਈ। ਸਭ ਸੰਗਤ ਸ਼੍ਰੋਣ ਸੁਨਾਏ ਦਿਓ। ਤੇ ਸਭ ਸੰਗਤਾਂ ਨੂੰ ਇਹ ਸੁਣਾਇਆ ਗਿਆ, ਸੁਨੇਹਾ ਦਿੱਤਾ ਗਿਆ। ਅਬ ਗ੍ਰੰਥ ਸੰਪੂਰਨ ਹੋਏ ਗਇਓ। ਘਰ ਵਿੱਚ ਸੁਨੇਹਾ ਪਹੁੰਚ ਗਿਆ ਕਿ ਜਿਹੜਾ ਕਲਯੁਗ ਤੋਂ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਹਾਜ਼ ਤਿਆਰ ਕਰ ਰਹੇ ਸਨ, ਉਹ ਜਹਾਜ਼ ਤਿਆਰ ਹੋ ਗਿਆ ਹੈ। ਆਦਿ ਸ਼੍ਰੀ ਗ੍ਰੰਥ ਜੀ ਸੰਪੂਰਨ ਹੋ ਗਏ ਨੇ, ਤਿਆਰ ਹੋ ਗਏ ਨੇ। ਕਾਰਜ ਜਿਹੜਾ ਆਰੰਭ ਕੀਤਾ ਸੀ ਉਹ ਪ੍ਰਭੂ ਦੀ ਕਿਰਪਾ ਨਾਲ ਸੰਪੂਰਨ ਹੋਇਆ ਹੈ। ਇਹ ਜਿਹੜੇ ਘਰ ਘਰ ਦੇ ਵਿੱਚ ਸੁਨੇਹੇ ਦਿੱਤੇ ਗਏ। ਦਰਸੇ ਸਭ ਆਨ ਉਛਾਹ ਕਇਓ। ਤੇ ਹੁਣ ਸਾਰਿਆਂ ਦੇ ਮਨ ਅੰਦਰ ਬੜੀ ਖੁਸ਼ੀ ਹੈ, ਬੜੀ ਉਮੰਗ ਦੇ ਸਹਿਤ ਸਾਰੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ। ਨਰ ਨਾਰੀ ਆਨੰਦ ਬਿਲੰਦ ਕਰੇ। ਜਿੰਨੇ ਵੀ ਨਰ ਨਾਰੀ ਨੇ ਸਾਰਿਆਂ ਦੇ ਹਿਰਦਿਆਂ ਅੰਦਰ ਬਹੁਤ ਆਨੰਦ ਵਧਿਆ ਹੋਇਆ ਹੈ। ਸਰ ਰਾਮ ਜਹਾਂ ਤੈ ਆਨ ਥਿਰੇ। ਇੱਥੇ ਰਾਮਸਰ ਪਾਵਨ ਸਰੋਵਰ ਹੈ, ਜਿਸ ਸਥਾਨ ਤੇ ਸਾਰਾ ਕਾਰਜ ਕੀਤਾ ਗਿਆ, ਉਸ ਅਸਥਾਨ ਤੇ ਸਾਰੀਆਂ ਸਿੱਖ ਸੰਗਤਾਂ ਆਣ ਕੇ ਇਕੱਠੀਆਂ ਹੋਈਆਂ ਹਨ। ਲਘੂ ਦੁਦੰਬਮ ਬਾਜਨ ਪੀਰਨ ਸੋ। ਛੋਟੇ ਨਗਾਰੇ ਵਜਾਏ ਜਾ ਰਹੇ ਨੇ, ਕਿਤੇ ਸ਼ਹਿਨਾਈਆਂ ਵੱਜ ਰਹੀਆਂ ਨੇ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ, ਪ੍ਰਭੂ ਦੀ ਉਸਤਤ ਕੀਤੀ ਜਾ ਰਹੀ ਹੈ। ਬਡੋਤ ਕੋਲਾਹਲ ਪੀਰਨ ਸੋ। ਤੇ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਚੱਲ ਕੇ ਆਈਆਂ, ਸੰਗਤਾਂ ਦਾ ਵੱਡਾ ਇਕੱਠ ਹੋਣ ਕਰਕੇ ਚਾਰੇ ਪਾਸੇ ਬਹੁਤ ਰੌਲਾ ਪੈ ਰਿਹਾ ਸੀ। ਉਤਸਾਹਤ ਸੰਗਤ ਆਵਤ ਹੈ। ਸੰਗਤਾਂ ਬੜੇ ਉਤਸ਼ਾਹ ਦੇ ਨਾਲ ਆ ਰਹੀਆਂ ਨੇ ਕਿ ਅਸੀਂ ਜਾ ਕਰਕੇ ਆਦ ਸ਼੍ਰੀ ਗ੍ਰੰਥ ਜੀ ਦੇ ਦਰਸ਼ਨ ਕਰਨੇ ਨੇ। ਪਾਵਨ ਬਾਣੀ ਜੋ ਜਹਾਜ਼ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਇਆ ਹੈ, ਐਸੀ ਬਾਣੀ ਦੇ ਜਾ ਕੇ ਦਰਸ਼ਨ ਦੀਦਾਰ ਕਰਨੇ ਨੇ। ਬੜਾ ਉਤਸ਼ਾਹ ਲੈ ਕਰਕੇ, ਬੜਾ ਆਨੰਦ ਹਿਰਦਿਆਂ ਅੰਦਰ ਵਧਿਆ ਹੋਇਆ ਹੈ। ਦਰਸ਼ਨ ਕਰਨ ਵਾਸਤੇ ਸਾਰੇ ਚੱਲ ਕੇ ਆ ਰਹੇ ਹਨ। ਬਹੁ ਭਾਂਤ ਪ੍ਰਸਾਦਨ ਲਿਆਵਤ ਹੈ। ਤੇ ਬੜੇ ਬੜੇ ਭਾਂਤ ਦੇ ਮਿਸ਼ਟਾਨ ਪ੍ਰਸ਼ਾਦ ਸੰਗਤਾਂ ਲਿਆ ਰਹੀਆਂ ਨੇ। ਮਿਸ਼ਟਾਨ ਪ੍ਰਸ਼ਾਦ ਖੁਸ਼ੀਆਂ ਚਾਰੇ ਪਾਸੇ ਛਾਈਆਂ ਹੋਈਆਂ ਨੇ। ਤੇ ਇਸ ਕਰਕੇ ਬਹੁਤ ਅਨੇਕ ਪ੍ਰਕਾਰ ਦੇ, ਅਨੇਕ ਭਾਂਤ ਦੇ ਮਿਸ਼ਟਾਨ ਪ੍ਰਸ਼ਾਦ ਆਦਿਕ ਸਿੱਖ ਸੰਗਤਾਂ ਲੈ ਕੇ ਆ ਰਹੀਆਂ ਹਨ।
ਫਲ ਫੂਲਨ ਕੋ ਨਿਜ ਹਾਥ ਤੇ ਤਰੇ ਹੱਥਾਂ ਦੇ ਵਿੱਚ ਕਿਸੇ ਨੇ ਫੁੱਲ ਪਕੜੇ ਹੋਏ ਨੇ, ਕਿਸੇ ਨੇ ਫਲ ਲਏ ਹੋਏ ਨੇ। ਕੋਈ ਫਲ ਲੈ ਕੇ ਆ ਰਿਹਾ ਹੈ, ਕੋਈ ਸੋਹਣੇ ਸੁਗੰਧੀ ਵਾਲੇ ਫੁੱਲ ਲੈ ਕੇ ਆ ਰਿਹਾ ਹੈ। ਸ਼ੁਭ ਚੀਰ ਸਰੀਰ ਸਭੇ ਪਹਿਰੇ ਤੇ ਸਾਰਿਆਂ ਨੇ ਆਪਣੇ ਉਸ ਦਿਨ ਸਰੀਰਾਂ ਦੇ ਉੱਤੇ ਸੋਹਣੇ ਸੁੰਦਰ ਨਵੀਨ ਵਸਤਰ ਪਹਿਨੇ ਹੋਏ ਨੇ। ਸਾਰੇ ਇਸ ਤਰ੍ਹਾਂ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸੋਹਣੇ ਸੋਹਣੇ ਸੁੰਦਰ ਵਸਤਰ ਸਰੀਰਾਂ ਤੇ ਧਾਰਨ ਕਰਕੇ ਆ ਰਹੇ ਹਨ। ਲਖ ਸ਼੍ਰੀ ਗੁਰ ਏਕਲ ਬੈਠ ਤੇ ਰਹੇ ਇੱਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਕਾਂਤ ਵਿੱਚ ਬੈਠੇ ਹੋਏ ਹਨ। ਤਬ ਆਏ ਕਲੀ ਇਮ ਬਾਕ ਤੇ ਕਏ ਜਦੋਂ ਇਕਾਂਤ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹੋਏ ਸਨ, ਇਤਨੇ ਦੇ ਵਿੱਚ ਕਲਯੁਗ ਸੀ ਜਿਹੜਾ ਉਹ ਚੱਲ ਕੇ ਆ ਗਿਆ। ਕਰ ਕੀਰਤ ਕੋ ਕਰ ਜੋਰ ਰਿਓ ਕਲਯੁਗ ਨੇ ਦੋਵੇਂ ਹੱਥ ਜੋੜੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕੀਰਤੀ ਕੀਤੀ ਹੈ। ਗੁਰ ਜੀ ਅਵਤਾਰ ਉਧਾਰ ਲਿਓ ਕਹਿਣ ਲੱਗੇ, ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪ ਜੀ ਨੇ ਮਹਾਨ ਸ੍ਰੇਸ਼ਟ ਜੀਵਾਂ ਦਾ ਉਧਾਰ ਕਰਨ ਵਾਸਤੇ ਕਲਯੁਗ ਦੇ ਸਮੇਂ ਵਿੱਚ ਆਪ ਜੀ ਨੇ ਅਵਤਾਰ ਲਿਆ ਹੈ। ਅਬ ਮੋਹੇ ਸਮੋ ਜਗ ਮੋਹ ਵਰਤਿਓ ਹੁਣ ਜਿਹੜਾ ਜਗਤ ਵਿੱਚ ਸਮਾਂ ਵਰਤ ਰਿਹਾ ਉਹ ਮੇਰਾ ਸਮਾਂ ਕਲਯੁਗ ਦਾ ਸਮਾਂ ਵਰਤ ਰਿਹਾ ਹੈ। ਗਨ ਔਗਨ ਮਾਨਵ ਕੇ ਕਰਤਿਓ ਤੇ ਜਿਹੜੇ ਸੰਸਾਰ ਦੇ ਬਹੁਤੇ ਮਨੁੱਖ ਨੇ ਉਹ ਪਾਪਾਂ ਦੇ ਵਿੱਚ ਪ੍ਰਵਿਰਤ ਹੋਏ ਹੋਏ ਨੇ, ਪਾਪ ਕਰਨ ਵਿੱਚ ਲੱਗੇ ਹੋਏ ਹਨ। 60 ਕਰੂਰ ਕਲੂਖਨ ਪ੍ਰੀਤਮਾ ਮੂਰਖ ਤੇ ਨਿਰਦਈ ਲੋਕ ਜਿਹੜੇ ਨੇ, ਜਿਹੜੇ ਮੂਰਖ ਨੇ, ਨਿਰਦਈ, ਜਿਨ੍ਹਾਂ ਦੇ ਹਿਰਦੇ ਅੰਦਰ ਦਇਆ ਹੀ ਨਹੀਂ, ਐਸੇ ਨਿਰਦਈ ਲੋਕ ਜਿਨ੍ਹਾਂ ਦੇ ਪਾਪਾਂ ਵਿੱਚ ਪ੍ਰੀਤੀ ਬਹੁਤ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਮਨੁੱਖ ਦੀ ਪ੍ਰੀਤ ਪਾਪ ਕਰਨ ਵਿੱਚ ਹੈ। ਉਹ ਨਿਰਦਈ ਲੋਕ ਹੀ ਨੇ ਨਾ। ਕਿੰਨਾ ਕਲਯੁਗ ਦਾ ਘੋਰ ਸਮਾਂ ਚੱਲ ਰਿਹਾ ਹੈ, ਅਜਿਹੇ ਕਿੰਨੇ ਜਿਹੜੇ ਦੁਸ਼ਟ ਕਰਮ ਹੋ ਰਹੇ ਨੇ ਉਹ ਨਿਰਦਈ ਲੋਕ ਕਰ ਰਹੇ ਨੇ। ਕਲਯੁਗ ਦੱਸ ਰਿਹਾ, ਕਹਿਣ ਲੱਗਾ ਮੇਰਾ ਜੋ ਹੁਣ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਸ ਸਮੇਂ ਦੇ ਵਿੱਚ ਮਨੁੱਖਾਂ ਦੇ ਜਿਹੜੀ ਬਿਰਤੀ ਹੈ ਉਹ ਪਾਪਾਂ ਦੇ ਵਿੱਚ ਪ੍ਰਵਿਰਤ ਹੋਈ ਹੋਈ ਹੈ। ਜਿਹੜੇ ਮੂਰਖ ਤੇ ਨਿਰਦਈ ਲੋਕ ਨੇ ਉਹ ਪਾਪ ਕਰਨ ਵਿੱਚ ਪ੍ਰੀਤੀ ਰੱਖਦੇ ਹਨ, ਪਾਪ ਕਰਨ ਵਿੱਚ ਲੱਗੇ ਹੋਏ ਹਨ। ਸ਼ੁਭ ਮਾਰਗ ਤਿਆਗ ਜਹਾਂ ਅਰ ਕਹਾਂ ਜਿੱਥੇ ਕਿੱਥੇ ਸ਼ੁਭ ਮਾਰਗ, ਭਗਤੀ ਰੂਪ ਮਾਰਗ ਜਿਹੜਾ ਉਹ ਤਿਆਗ ਦਿੱਤਾ ਕਲਯੁਗ ਦੇ ਅੰਦਰ ਮਨੁੱਖਾਂ ਨੇ। ਜਿੱਥੇ ਕਿੱਥੇ ਵੇਖ ਰਿਹਾ ਸ਼ੁਭ ਮਾਰਗ ਨੂੰ ਤਿਆਗ ਦਿੱਤਾ, ਖੋਟੇ ਕਰਮਾਂ ਵਿੱਚ ਪ੍ਰਵਿਰਤ ਹੋਏ ਹੋਏ ਹਨ। ਤੁਮ ਗ੍ਰੰਥ ਰਚਿਓ ਗੁਣ ਪੂਰਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪ ਜੀ ਨੇ ਆਦ ਗ੍ਰੰਥ ਜੋ ਇਹ ਪਾਵਨ ਬੀੜ ਤਿਆਰ ਕੀਤੀ ਹੈ, ਰਚਿਆ ਹੈ, ਜਿਹੜਾ ਸੰਪੂਰਨ ਹੈ ਤੇ ਪੂਰਨ ਗੁਣਾਂ ਦੇ ਸਹਿਤ ਹੈ, ਜਿਹਦੇ ਵਿੱਚ ਪੂਰਨ ਗੁਣ ਹਨ। ਔਰ ਬ੍ਰਿੰਦ ਵਿਕਾਰਨ ਚੂਰਨ ਮਾਨੋ ਹਿਰਦੇ ਦੇ ਵਿਕਾਰਾਂ ਨੂੰ ਖਤਮ ਕਰਕੇ ਮੁਕਤੀ ਦੀ ਦਾਤ ਦੇਣ ਵਾਲੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜੇ ਜੀਵਾਂ ਦੇ ਹਿਰਦਿਆਂ ਅੰਦਰ ਵਿਕਾਰ ਭਰੇ ਹੋਏ ਨੇ ਉਹ ਵਿਕਾਰਾਂ ਨੂੰ ਖਤਮ ਕਰਕੇ ਤੇ ਮੁਕਤੀ ਨੂੰ ਦੇਣ ਵਾਲੇ ਹਨ। ਜਗ ਮੈਂ ਮਗ ਸ਼ਰੇ ਦਿਖਾਵਨ ਕੋ ਤੇ ਭਗਤੇ ਰੂਪ ਮੁਕਤੀ ਰੂਪ ਜਿਹੜਾ ਮਾਰਗ ਹੈ ਉਹ ਦਿਖਾਉਣ ਵਾਲੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕਲਯੁਗ ਦੇ ਸਮੇਂ ਅੰਦਰ ਭਗਤੀ ਰੂਪ ਮਾਰਗ ਤੇ ਚੱਲਣ ਲਈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਦੋਂ ਅਸੀਂ ਰੋਸ਼ਨੀ ਵਿੱਚ ਆਵਾਂਗੇ, ਗਿਆਨ ਲਵਾਂਗੇ, ਫਿਰ ਅਸੀਂ ਭਗਤੀ ਰੂਪ ਮਾਰਗ ਤੇ ਚੱਲ ਸਕਦੇ ਹਾਂ। ਉਹ ਜੁਗਤ ਪ੍ਰਦਾਨ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕਹਿਣ ਲੱਗੇ ਕਿ ਮੁਕਤੀ ਰੂਪ ਮਾਰਗ ਨੂੰ ਦਰਸਾਉਣ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਜੀ। ਸਤਨਾਮ ਮੁਕੰਦ ਜਪਾਵਨ ਕੋ ਤੇ ਮੁਕਤੀ ਦਾਤਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਉਣ ਵਾਲੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤ ਸੰਗਤ ਕੋ ਵਿਸਤਾਰ ਮਾ ਤੇ ਸਤ ਸੰਗਤ ਸੋ ਵਿਸਥਾਰ, ਆਪ ਜੀ ਦੀ ਸਿੱਖ ਸੰਗਤ, ਆਪ ਜੀ ਨੇ ਜਿੱਥੇ ਗੁਰੂ ਨਾਨਕ ਦੇ ਸਿੱਖ ਸੰਗਤ ਦਾ ਬਹੁਤ ਵਿਸਥਾਰ ਕੀਤਾ ਹੈ। ਪਸਰੇ ਗੁਰ ਸਿੱਖ ਜਹਾਂ ਅਰ ਕਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਹੁਣ ਜਿੱਧਰ ਵੀ ਵੇਖਦੇ ਆ ਆਪ ਜੀ ਦੇ ਸਿੱਖ
ਵੇਖੋ ਨਿਗਾਹ ਮਾਰੀਏ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਨੇ, ਜਿੱਥੇ ਕਿੱਥੇ ਆਪ ਜੀ ਦੇ ਸਿੱਖਾਂ ਦਾ ਵਾਸਾ ਹੈ। ਅਬ ਮੋਏ ਸਥਾਨ ਬਤਾਏ ਦੀਜੈ। ਹੁਣ ਕਲਯੁਗ ਬੇਨਤੀ ਕਰਨ ਲੱਗਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਰਹਿਣ ਵਾਸਤੇ ਵੀ ਮੈਨੂੰ ਥਾਂ ਦੱਸੋ। ਜੈ ਬੈਸ ਕਰੋ ਤੁਮ ਮੇਲ ਲਿਜੈ। ਜਿੱਥੇ ਮੈਂ ਆਪਣਾ ਵਾਸਾ ਕਰ ਸਕਾਂ। ਪਾਤਸ਼ਾਹ ਹੁਣ ਤੇ ਤੁਸੀਂ ਸਿੱਖੀ ਦਾ ਵਿਸਥਾਰ ਕਰ ਦਿੱਤਾ ਜਿੱਥੇ ਕਿੱਥੇ। ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਘੋਰ ਕਲਯੁਗ ਪਾਪਾਂ ਦਾ ਬੋਲ ਬਾਲਾ ਸੀ, ਜਿੱਥੇ ਕਿੱਥੇ ਪਾਪ ਵਰਤ ਰਿਹਾ ਸੀ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆ ਕੇ ਸਿੱਖ ਪੰਥ ਚਲਾਇਆ, ਸਿੱਖੀ ਮਰਿਆਦਾ ਕਾਇਮ ਕੀਤੀ, ਸਾਰਿਆਂ ਨੂੰ ਇੱਕ ਪ੍ਰੇਮ ਦੇ ਧਾਗੇ ਦੇ ਵਿੱਚ ਪਰੋਇਆ, ਕਰਮ ਕਾਂਡਾਂ ਵਿੱਚੋਂ ਕੱਢਿਆ, ਪਾਪਾਂ ਵਿੱਚੋਂ ਕੱਢ ਕੇ ਪਰਮੇਸ਼ਰ ਨਾਲ ਜੋੜਿਆ। ਸਤਿਗੁਰੂ ਪਾਤਸ਼ਾਹ ਜੀ ਹੁਣ ਤਾਂ ਜਿੱਥੇ ਕਿੱਥੇ ਸਿੱਖੀ ਦਾ ਤੁਸੀਂ ਵਿਸਥਾਰ ਕੀਤਾ ਹੈ, ਜਿੱਥੇ ਕਿੱਥੇ ਆਪ ਦੇ ਸਿੱਖ ਵਸ ਰਹੇ ਨੇ, ਤੇ ਮੈਨੂੰ ਦੱਸੋ ਮੈਂ ਕਿੱਥੇ ਵਸਾਂ। ਕੋਈ ਮੇਲ ਜੋਲ ਕਰਕੇ ਵਿਚਾਰ ਕਰਕੇ ਮੇਰੇ ਵਸਣ ਦੀ ਥਾਂ ਮੈਨੂੰ ਦੱਸੋ। ਬਿਨ ਆਇਸ ਰਾਵਰ ਕੀ ਕਰਬੇ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਤੋਂ ਬਿਨਾ, ਆਪ ਜੀ ਦੀ ਮਰਜ਼ੀ ਤੋਂ ਬਗੈਰ ਬਲ ਨਾ ਮੁਝ ਪਾਏ ਕਹੂੰ ਧਰਬੇ। ਕਲਯੁਗ ਕਹਿਣ ਲੱਗਾ ਮੇਰੇ ਵਿੱਚ ਕੋਈ ਸ਼ਕਤੀ ਨਹੀਂ, ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਆਪ ਜੀ ਦੀ ਆਗਿਆ ਤੋਂ ਬਿਨਾ ਕਿਤੇ ਪੈਰ ਰੱਖ ਸਕਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਰੱਥ ਗੁਰੂ ਜੀਓ, ਆਪ ਜੀ ਦੀ ਆਗਿਆ ਤੋਂ ਬਿਨਾ ਮੇਰੇ ਵਿੱਚ ਕੋਈ ਬਲ ਨਹੀਂ, ਕੋਈ ਐਸੀ ਤਾਕਤ ਸ਼ਕਤੀ ਨਹੀਂ ਜਿਹਦੇ ਨਾਲ ਮੈਂ ਧਰਤੀ ਦੇ ਕਿਸੇ ਵੀ ਜਗ੍ਹਾ ਤੇ ਆਪਣਾ ਪੈਰ ਟਿਕਾ ਸਕਾਂ। ਇਸ ਕਾਰਨ ਤੇ ਤੁਮ ਪਾਸ ਆਇਓ। ਇਸ ਕਾਰਨ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ ਮੈਂ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ। ਹਿਤ ਪਾਸਬ ਕੇ ਬਿਨਤੀ ਸੋ ਕੀਓ। ਤੇ ਆਪਣੇ ਵਸਣ ਵਾਸਤੇ ਕਿ ਮੈਂ ਕਿਹੜੀ ਜਗ੍ਹਾ ਤੇ ਵਸਾਂ। ਤੁਸੀਂ ਸਤ ਸੰਗਤ ਬਣਾਈ ਹੈ, ਜਿੱਥੇ ਸਤ ਦੀ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀਓ ਮੇਰੇ ਵਸਣ ਵਾਸਤੇ ਕਿ ਮੈਂ ਵਸੇਬਾ ਕਿੱਥੇ ਕਰਾਂ, ਕਿੱਥੇ ਆ ਕੇ ਵਾਸਾ ਕਰਾਂ, ਇਸ ਵਾਸਤੇ ਆਪ ਜੀ ਨੂੰ ਆ ਕੇ ਬੇਨਤੀ ਕੀਤੀ ਹੈ। ਜੈ ਗ੍ਰੰਥ ਸੋ ਪਾਠ ਕਰੇ ਧੁਨ ਕੋ। ਕਹਿਣ ਲੱਗੇ ਜਿੱਥੇ ਗੁਰਬਾਣੀ ਦਾ ਉੱਚੀ ਧੁਨ ਦੇ ਵਿੱਚ ਆਪ ਜੀ ਦੇ ਸਿੱਖ ਪਾਠ ਕਰਦੇ ਹਨ, ਬਲਹੀਨ ਬਨੋ ਤਬ ਹੀ ਸੁਨ ਕੋ। ਤੇ ਉਸ ਬਾਣੀ ਨੂੰ ਸੁਣਦਿਆਂ ਮੈਂ ਬਲਹੀਨ ਹੋ ਜਾਣਾ, ਮੇਰਾ ਬਲ ਜਿਹੜਾ ਉਹ ਖਤਮ ਹੋ ਜਾਂਦਾ ਹੈ। ਗੁਰਬਾਣੀ ਦੀ ਐਸੀ ਤਾਕਤ ਹੈ, ਜਿੱਥੇ ਸਿੱਖ ਬਾਣੀ ਪੜ੍ਹਦੇ ਨੇ ਪ੍ਰੇਮ ਨਾਲ ਉੱਚੀ ਧੁਨ ਵਿੱਚ। ਅੱਜ ਸਮਾਂ ਕੁਛ ਐਸਾ ਆ ਗਿਆ, ਸਾਡੀ ਜ਼ਿੰਦਗੀ ਦੇ ਰੁਝੇਵੇਂ ਇੰਨੇ ਜ਼ਿਆਦਾ ਵੱਧ ਗਏ ਕਿ ਸਮਾਂ ਸਾਡੇ ਕੋਲ ਬਹੁਤ ਘੱਟ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ 5-7 ਮਿੰਟ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਕਰ ਲਈਏ, ਨਿਤਨੇਮ ਦੀਆਂ ਬਾਣੀਆਂ 20-25 ਮਿੰਟ ਵਿੱਚ ਹੀ ਹੋ ਜਾਣ। ਪਰ ਜੇਕਰ ਅਸੀਂ ਬੋਲ ਕਰਕੇ ਇੰਨੀ ਕੁ ਆਵਾਜ਼ ਤਾਂ ਹੋਵੇ ਜਿਹੜੇ ਸਾਡੇ ਕੰਨਾਂ ਵਿੱਚ ਪੈ ਕੇ ਅੰਦਰ ਜਾਵੇ, ਜਿੰਨੇ ਕਿ ਸਾਡੇ ਕੰਨ ਸੁਣ ਸਕਣ। ਦੇਖੋ ਕਲਯੁਗ ਕਹਿ ਰਿਹਾ, ਕਹਿੰਦਾ ਜਿੱਥੇ ਆਪ ਜੀ ਦੇ ਸਿੱਖ ਉੱਚੀ ਧੁਨ ਵਿੱਚ ਪਾਠ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ, ਉੱਥੇ ਮੈਂ ਬਲਹੀਨ ਹੋ ਜਾਣਾ, ਉੱਥੇ ਮੇਰਾ ਵਸ ਨਹੀਂ ਚੱਲਦਾ। ਤੁਮ ਸੰਗਤ ਬੀਚ ਬਸੋ ਜਬਉ। ਤੇ ਆਪ ਜੀ ਦੀ ਸੰਗਤ ਦੇ ਵਿੱਚ ਮੈਂ ਕਦੋਂ ਆ ਕੇ ਵਾਸਾ ਕਰਾਂ। ਅਸ ਕਾਲ ਬਤਾਏ ਦਿਜੇ ਅਬਹੂ। ਪਾਤਸ਼ਾਹ ਮੈਨੂੰ ਵੀ ਸੰਗਤ ਬਖਸ਼ੋ। ਆਪ ਸਾਰਿਆਂ ਨੂੰ ਸੰਗਤ ਬਖਸ਼ ਰਹੇ ਹੋ, ਸਤ ਸੰਗਤ ਦੇ ਵਿੱਚ ਸਾਰਿਆਂ ਦਾ ਉਧਾਰ ਕਰਦੇ ਹੋ, ਸਾਰੇ ਆ ਕੇ ਤੁਹਾਡੇ ਚਰਨਾਂ ਵਿੱਚ ਜੁੜਦੇ ਨੇ। ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਉਹ ਸਮਾਂ ਦੱਸ ਦਿਓ ਜਿਸ ਸਮੇਂ ਆ ਕੇ ਮੈਂ ਵੀ ਸਤ ਸੰਗਤ ਕਰਾਂ। ਸਤ ਸੰਗਤ ਕੀਤੇ ਬਿਨਾ ਮੇਰਾ ਵੀ ਉਧਾਰ ਨਹੀਂ ਹੋਣਾ। ਇਹ ਕਲਯੁਗ ਕਹਿ ਰਿਹਾ ਹੈ। ਸਤ ਸੰਗਤ ਤੋਂ ਬਿਨਾ ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਕਰਨ ਤੋਂ ਬਿਨਾ ਜੀਵਨ ਦੇ ਅੰਦਰ ਵਿਕਾਰਾਂ ਦੀ ਮੈਲ ਭਰੀ ਜਾਂਦੀ ਹੈ। ਜੇ ਸਤ ਸੰਗਤ ਕਰਦੇ ਆ ਤੇ ਸਤ ਸੰਗਤ ਕਰਦੇ ਆ ਵਿਕਾਰਾਂ ਦੀ ਮੈਲ ਉਤਰਦੀ ਹੈ। ਕਹਿਣ ਲੱਗਾ ਮੈਨੂੰ ਵੀ ਉਹ ਸਮਾਂ ਦੱਸ ਦਿਓ ਪਾਤਸ਼ਾਹ, ਉਹ ਸਮਾਂ ਨਿਸ਼ਚਿਤ ਕਰ ਦਿਓ ਜਿਸ ਸਮੇਂ ਆ ਕੇ ਮੈਂ ਵੀ ਸਤ ਸੰਗਤ ਵਿੱਚ ਪ੍ਰਵੇਸ਼ ਕਰਾਂ।
ਸ਼ਰਨੀ ਤੁਮ ਆਨ ਪਰਿਓ ਲਖਿਓ। ਆਪ ਜੀ ਦੀ ਸ਼ਰਨ ਪਿਆ ਆਣ ਕੇ ਜਾਣੋ, ਮੈਂ ਆਪ ਜੀ ਦੀ ਆ ਕੇ ਸ਼ਰਨ ਪਿਆ ਹਾਂ, ਆਪ ਜੀ ਦੀ ਸ਼ਰਨ ਪਿਆ ਹੋਇਆ ਜਾਣ ਲਵੋ। ਮਮ ਦੀਨ ਅਨਾਥ ਦਿਸ਼ਾ ਪਿਖਿਓ। ਇਹ ਸਤਿਗੁਰੂ ਪਾਤਸ਼ਾਹ ਮੇਰੇ ਦੀਨ ਤੇ ਅਨਾਥ ਵੱਲ ਤੱਕੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਦੀਨ ਬਣ ਕੇ ਆਇਆ, ਅਨਾਥ ਹੋ ਕੇ ਆਇਆ, ਤੇ ਤੁਸੀਂ ਅਨਾਥਾਂ ਦੇ ਨਾਥ ਹੋ, ਤੇ ਕਿਰਪਾ ਕਰੋ ਮੇਰੇ ਦੀਨ ਤੇ ਅਨਾਥ ਵੱਲ ਮਿਹਰ ਦੀ ਨਿਗਾਹ ਨਾਲ ਤੱਕਣਾ ਕਰੋ। ਇਮ ਬਾਕ ਕਲੀ ਜਬ ਦੀਨ ਲਾਏ। ਤੇ ਜਦੋਂ ਦੀਨ ਹੋ ਕੇ ਨਿਮਰਤਾ ਦੇ ਨਾਲ ਕਲਯੁਗ ਨੇ ਇਹ ਬੇਨਤੀਆਂ, ਇਹ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕੀਤੇ, ਤਬ ਸ਼੍ਰੀ ਗੁਰ ਹੋਏ ਪ੍ਰਸੰਨ ਕਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਸੰਨ ਹੋ ਗਏ ਇਹਦੀਆਂ ਬੇਨਤੀਆਂ ਸੁਣ ਕੇ, ਇਹਦੀ ਨਿਮਰਤਾ ਨੂੰ ਵੇਖ ਕੇ, ਤੇ ਸਤਿਗੁਰੂ ਪਾਤਸ਼ਾਹ ਜੀ ਪ੍ਰਸੰਨ ਹੋਏ, ਕਹਿਣ ਲੱਗੇ ਸਤਨਾਮ ਉਚਾਰਨ ਹੋਤ ਜਾਣ। ਕਹਿਣ ਲੱਗੇ ਜਿੱਥੇ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਨੇ ਗੁਰੂ ਕੇ ਸਿੱਖ, ਜਿੱਥੇ ਸਤਨਾਮ ਦਾ ਜਾਪ ਹੋ ਰਿਹਾ ਹੋਵੇ, ਕਬ ਪਾਏ ਨ ਤਾਰੋ ਜਾਏ ਤਾਂ। ਕਹਿਣ ਲੱਗੇ ਵੇਖੀ ਕਿਤੇ ਭੁੱਲ ਕੇ ਵੀ ਉੱਥੇ ਪੈਰ ਨਾ ਰੱਖ ਲਵੇ। ਉਦੋਂ ਜਦੋਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਕਰਕੇ ਸਤਨਾਮ ਦਾ ਜਾਪ ਜਪ ਰਹੀਆਂ ਹੋਣ, ਬਾਣੀ ਸਰਵਣ ਕਰ ਰਹੀਆਂ ਹੁਣ, ਪੜ ਰਹੀਆਂ ਹੋਣ, ਉਸ ਸਮੇਂ ਤੋਂ ਉੱਥੇ ਜਾ ਕੇ ਪੈਰ ਨਹੀਂ ਰੱਖਣਾ। ਤੇ ਧਰਮਰਾਜ ਵੀ ਕਹਿੰਦਾ ਆਪਣੇ ਦੂਤਾਂ ਨੂੰ, ਕਹਿੰਦਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਛੁਟੈ ਨਿਕਟ ਨਾ ਜਾਇਓ ਦੂਤ। ਕਹਿੰਦੇ ਜਿੱਥੇ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨ ਵਾਲੇ ਨੇ ਨਾ, ਉਹਦੇ ਪਿਆਰੇ ਸਿਮਰਨ ਭਜਨ ਕਰਨ ਵਾਲੇ, ਬਾਣੀ ਪੜਨ ਵਾਲੇ, ਵੇਖੇ ਦੂਤੋਂ ਭੁੱਲ ਕੇ ਉੱਥੇ ਕਿਤੇ ਚਲੇ ਨਾ ਜਾਇਓ। ਨਾ ਤੁਸੀਂ ਛੁੱਟ ਸਕੋਗੇ ਤੇ ਨਾ ਮੈਂ ਛੁੱਟ ਸਕਾਂਗਾ, ਜਮ ਵੀ ਨਹੀਂ ਆਉਂਦੇ ਉੱਥੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਬਾਣੀ ਦਾ ਪ੍ਰਤਾਪ ਵੇਖ ਕੇ ਜਮਦੂਤ ਵੀ ਦੌੜ ਜਾਂਦੇ ਨੇ। ਪਾਤਸ਼ਾਹ ਕਹਿਣ ਲੱਗੇ ਜਿੱਥੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੋਵੇ, ਵੇਖੇ ਉੱਥੇ ਤੂੰ ਭੁੱਲ ਕੇ ਵੀ ਨਾ ਚਲਾ ਜਾਈਂ, ਉੱਥੇ ਤੂੰ ਪੈਰ ਨਹੀਂ ਪਾਉਣਾ ਉਸ ਵਕਤ, ਉਸ ਸਮੇਂ। ਜਬ ਆਏ ਕਰਾਓ ਸਭਾ ਧਰੀਏ। ਹੁਣ ਸਮਾਂ ਨਿਸ਼ਚਿਤ ਕਰ ਰਹੇ ਨੇ ਕਿ ਕਦੋਂ ਆਉਣਾ ਤੂੰ। ਕਹਿੰਦੇ ਜਦੋਂ ਭੋਗ ਪੈਣ ਦੀ ਤਿਆਰੀ ਹੋਵੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਦੋਂ ਲਿਆ ਕਰਕੇ ਦੀਵਾਨ ਵਿੱਚ ਰੱਖੀ ਜਾਵੇ, ਅਰਦਾਸ ਖਰੇ ਹੋਏ ਕੈ ਕਰੀਏ। ਤੇ ਖੜੇ ਹੋ ਕੇ ਮੇਵੜਾ ਸਿੱਖ, ਅਰਦਾਸੀਆ ਸਿੱਖ ਗੁਰੂ ਅੱਗੇ ਪਾਤਸ਼ਾਹ ਅੱਗੇ ਅਰਦਾਸ ਕਰੇ। ਵਰਤਾਵਨ ਲਾਗ ਸੋ ਆਪਸ ਮੈਂ। ਤੇ ਜਦੋਂ ਅਰਦਾਸ ਹੋ ਜਾਵੇ, ਸਮਾਪਤੀ ਸਮੇਂ ਮੁਖਵਾਕ ਹੋ ਜਾਵੇ, ਤੇ ਫਿਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਆਪਸ ਦੇ ਵਿੱਚ ਵਰਤਾਈ ਜਾਣ ਲੱਗੇ, ਜੁਤ ਰੋਰ ਪ੍ਰਵੇਸ਼ੋ ਤਾਏ ਸਮੇਂ। ਫਿਰ ਕਹਿੰਦੇ ਉਦੋਂ ਰੌਲਾ ਪਾਉਂਦੇ ਆ, ਸ਼ੋਰ ਮਚਾਉਂਦੇ ਆ, ਤੂੰ ਸੰਗਤ ਵਿੱਚ ਆ ਕੇ ਪ੍ਰਵੇਸ਼ ਕਰ ਜਾਣਾ ਹੈ। ਵੇਖਦੇ ਆ ਨਾ ਜਦੋਂ ਕੜਾਹ ਪ੍ਰਸ਼ਾਦ ਵਰਤਦਾ ਤੇ ਰੌਲਾ ਭਜਦੜ ਪੈ ਜਾਂਦੀ ਹੈ, ਤੇ ਅਕਸਰ ਮੂੰਹ ਨਿਕਲ ਜਾਂਦਾ, ਆਪਾਂ ਕਹਿੰਦੇ ਆ ਜੀ ਕਲਯੁਗ ਆ ਗਿਆ। ਪਾਤਸ਼ਾਹ ਜੀ ਨੇ ਉਹ ਸਮਾਂ ਨਿਸ਼ਚਿਤ ਕਰ ਦਿੱਤਾ। ਕਹਿਣ ਲੱਗੇ ਕਦੋਂ ਆਉਣਾ ਹੈ? ਜਿੰਨੀ ਦੇਰ ਤੱਕ ਬਾਣੀ ਪੜ੍ਹੀ ਜਾ ਰਹੀ ਹੈ, ਜਿੰਨੀ ਦੇਰ ਤੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਜਾ ਰਿਹਾ ਹੈ, ਉਨੀ ਦੇਰ ਤੱਕ ਤੂੰ ਸੰਗਤ ਵਿੱਚ ਪੈਰ ਨਹੀਂ ਪਾਉਣਾ, ਉਨੀ ਦੇਰ ਤੱਕ ਤੂੰ ਪ੍ਰਵੇਸ਼ ਨਹੀਂ ਕਰਨਾ। ਹਾਂ ਹੁਣ ਤੂੰ ਬੇਨਤੀ ਕੀਤੀ ਹੈ, ਤੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੇ, ਆਪਸ ਵਿੱਚ ਸਿੱਖ ਵਰਤਾਉਣ ਲੱਗਣ, ਉਸ ਵਕਤ ਤੂੰ ਰੌਲਾ ਮਚਾਉਂਦੇ, ਸ਼ੋਰ ਮਚਾਉਂਦੇ ਹੋਏ ਅੰਦਰ ਪ੍ਰਵੇਸ਼ ਕਰ ਜਾਣਾ ਹੈ। ਵਰਤਾਵਤ ਜਾਵਤ ਸੰਗਤ ਮੈਂ। ਤੇ ਜਦੋਂ ਸੰਗਤ ਦੇ ਵਿੱਚ ਗੁਰੂ ਕੇ ਸਿੱਖ ਕੜਾਹ ਪ੍ਰਸ਼ਾਦੀਆਂ ਦੇਗਾਂ ਵਰਤਾਉਂਦੇ ਹੋਣ, ਰਹੋ ਤਾਵਤ ਬਾਸੋ ਪੰਗਤ ਮੈਂ। ਉਸ ਵਕਤ ਤੂੰ ਆ ਕੇ ਵਸ ਕੇ ਪੰਗਤ ਵਿੱਚ ਬੈਠ ਜਾਣਾ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੋਵੇ। ਇਮ ਆਇਸ ਪਾਏ ਕਲੀ ਹਰਖਿਓ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਕਲਯੁਗ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ। ਅਬ ਲੋ ਤੈ ਕਾਲ ਪਿਖੇ ਪਰਖਿਓ। ਤੇ ਹੁਣ ਉਹ ਸਮੇਂ ਨੂੰ
ਪਰਖਿਆ ਜਾਂਦਾ ਹੈ, ਜਾਣ ਲੈਂਦੇ ਆ। ਆਪਾਂ ਦੇਖਦੇ ਆ ਜਦੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ ਨੇ ਕਿਵੇਂ ਰੌਲਾ ਮੱਚਦਾ ਹੈ, ਉਦੋਂ ਕਲਯੁਗ ਪ੍ਰਵੇਸ਼ ਕਰਦਾ ਹੈ। ਜਬ ਹੋਏ ਤਿਹਾਵਲ ਆਵਤ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਦੀਵਾਨ ਵਿੱਚ ਪਹੁੰਚਦੀ ਹੈ, ਵੱਡ ਰੋਰ ਕਰੇ ਪਰਤਾਵਤ ਉਦੋਂ ਵਰਤਾਉਂਦੇ ਆ ਫਿਰ ਵੱਡਾ ਰੌਲਾ ਪੈ ਜਾਂਦਾ, ਸ਼ੋਰ ਮਚਦਾ ਹੈ। ਪੁਨ ਸ਼੍ਰੀ ਗੁਰ ਬੈਠ ਦੀਵਾਨ ਲੱਗਿਓ। ਇਸ ਤਰ੍ਹਾਂ ਦੇ ਨਾਲ ਕਲਯੁਗ ਨੇ ਜਦੋਂ ਬੇਨਤੀ ਕੀਤੀ, ਕਲਯੁਗ ਦੀ ਬੇਨਤੀ ਮੰਨ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਵਿੱਚ ਆਉਣ ਦਾ ਇਹਦਾ ਜਿਹੜਾ ਸਮਾਂ ਸੀ ਉਹ ਨਿਸ਼ਚਿਤ ਕਰ ਦਿੱਤਾ ਤੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਲਯੁਗ ਗਿਆ। ਇਧਰ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੀਵਾਨ ਲਗਾਇਆ ਹੈ। ਗਨ ਸਿੱਖ ਪਿਖੇ ਮਨ ਪ੍ਰੇਮ ਪਗਿਓ। ਤੇ ਸਿੱਖਾਂ ਦੇ ਮਨ ਅੰਦਰ ਬਹੁਤ ਪ੍ਰੇਮ ਵਧਿਆ ਹੋਇਆ ਹੈ, ਬਹੁਤ ਪ੍ਰੇਮ ਧਾਰਨ ਕੀਤਾ ਹੋਇਆ ਹੈ। ਸਭ ਬੀਚ ਸੁਹਾਵਤ ਗ੍ਰੰਥ ਧਰਿਓ। ਤੇ ਸਤਿਗੁਰੂ ਜੀ ਦਾ ਦੀਵਾਨ ਲੱਗਿਆ ਹੈ। ਜਿਸ ਤਰ੍ਹਾਂ ਆਪ ਅੱਜ ਦੇ ਦੀਵਾਨ ਅੰਦਰ ਬੈਠੇ ਹੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤਖਤਾਂ ਤੇ ਸੁਸ਼ੋਭਿਤ ਨੇ, ਦਰਸ਼ਨ ਦੇ ਰਹੇ ਨੇ, ਕਿਰਤਾਰਥ ਕਰ ਰਹੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਤੇ ਸਾਰਿਆਂ ਦੇ ਵਿਚਕਾਰ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਕਰ ਸੇਵਕ ਸੁੰਦਰ ਚੋਰ ਫਿਰਿਓ। ਤੇ ਗੁਰੂ ਕੇ ਚੌਰ ਬਰਦਾਰ, ਗੁਰੂ ਕੇ ਪਿਆਰੇ ਸਿੱਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚੌਰ ਚਲਾਉਣ ਦੀ ਸੇਵਾ ਕਰ ਰਹੇ ਹਨ। ਲਗ ਢੇਰ ਪ੍ਰਸ਼ਾਦ ਗਇਓ ਸੋ ਤਾਂ। ਤੇ ਪ੍ਰਸ਼ਾਦ ਵੱਡੇ ਗਿਣਤੀ ਵਿੱਚ ਸੰਗਤਾਂ ਭਾਂਤ ਭਾਂਤ ਦੇ ਮਿਸ਼ਟਾਨ ਪ੍ਰਸ਼ਾਦ ਲੈ ਕੇ ਆ ਰਹੀਆਂ ਨੇ। ਬਹੁਤ ਸਾਰਾ ਜਿਹੜਾ ਪ੍ਰਸ਼ਾਦ ਇੱਥੇ ਇਕੱਠਾ ਹੋ ਗਿਆ। ਬੋਲਿਆਵਤ ਸਿੱਖ ਆਨੰਦ ਮਹਾ। ਤੇ ਸਿੱਖ ਬੜਾ ਆਨੰਦ ਹਿਰਦੇ ਅੰਦਰ ਧਾਰਨ ਕਰ ਕਰਕੇ ਪ੍ਰਸ਼ਾਦ ਲਿਆ ਰਹੇ ਹਨ। ਸ਼ੁਭ ਫੂਲਨ ਮਾਲ ਵਿਸਾਲ ਕਰੇ। ਕੋਈ ਸੋਹਣੇ ਸੋਹਣੇ ਸੁੰਦਰ ਫੁੱਲਾਂ ਦੀਆਂ ਮਾਲਾਵਾਂ ਪਰੋ ਰਿਹਾ ਹੈ। ਬਹੁਤ ਸਾਰੀਆਂ ਲੰਮੀਆਂ ਲੰਮੀਆਂ ਵੱਡੀਆਂ ਫੁੱਲਾਂ ਦੀਆਂ ਮਾਲਾਵਾਂ ਜਿਹੜੀਆਂ ਉਹ ਪਰੋਈਆਂ ਜਾ ਰਹੀਆਂ ਹਨ। ਬਹੁ ਰੰਗਨ ਕੇ ਵਿੱਚ ਗੁੰਫ ਤਰੇ। ਬੜੇ ਬੜੇ ਸੋਹਣੇ ਸੋਹਣੇ ਸੁੰਦਰ ਰੰਗਾਂ ਦੇ ਫੁੱਲ, ਬੜੀ ਬੜੀ ਸੁਗੰਧੀ ਵਾਲੇ ਸੁੰਦਰ ਫੁੱਲ ਲੈ ਕੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਵਿੱਚ ਗੁੰਦਿਆ ਜਾ ਰਿਹਾ ਹੈ। ਘਰ ਸ਼੍ਰੀ ਗੁਰ ਕੇ ਸਿੱਖ ਪਾਵਤ। ਤੇ ਗੁਰੂ ਕੇ ਸਿੱਖ ਜਿਨ੍ਹਾਂ ਦੇ ਅੰਦਰ ਪ੍ਰੇਮ ਸਮਾਉਂਦਾ ਨਹੀਂ, ਜਿਨ੍ਹਾਂ ਦੇ ਅੰਦਰ ਥਾ ਆਨੰਦ ਵਧਿਆ, ਉਹ ਸੋਹਣੀਆਂ ਸੋਹਣੀਆਂ ਸੁੰਦਰ ਮਾਲਾਵਾਂ ਪਰੋ ਕੇ, ਸੋਹਣੇ ਸੋਹਣੇ ਸੁੰਦਰ ਫੁੱਲ ਲੈ ਕੇ ਉਹਨਾਂ ਨੂੰ ਗੁੰਦ ਗੁੰਦ ਕੇ ਹੱਥੀਂ ਗੁੰਦਦੇ ਨੇ। ਹੱਥੀਂ ਗੁੰਦ ਗੁੰਦ ਕੇ ਫੁੱਲਾਂ ਦੀਆਂ ਮਾਲਾਵਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਪਹਿਨਾ ਰਹੇ ਹਨ। ਬਹੁ ਭਾਂਤਨ ਫੂਲ ਚੜਾਵਤ। ਬੜੇ ਬੜੇ ਭਾਂਤ ਦੇ ਬੜੇ ਬੜੇ ਸੋਹਣੇ ਸੁੰਦਰ ਖੁਸ਼ਬੂ ਮਹਿਕਦਾਰ ਫੁੱਲ ਗੁਰੂ ਕੇ ਸਿੱਖ ਚੜਾਉਂਦੇ ਹਨ। ਸ਼ੁਭ ਮਾਲ ਸੋ ਫੂਲ ਵਿਸਾਲ ਲਏ। ਤੇ ਬੜੇ ਬੜੇ ਸੋਹਣੇ ਸੁੰਦਰ ਫੁੱਲਾਂ ਵਾਲੀਆਂ ਮਾਲਾਵਾਂ, ਬੜੇ ਬੜੇ ਖੁਸ਼ਬੂਦਾਰ ਸੋਹਣੇ ਸੁੰਦਰ ਫੁੱਲ ਲੈ ਕਰਕੇ ਗੁਰ ਗ੍ਰੰਥ ਸਮੀਪ ਚੜਾਏ ਗਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਸੋਹਣੇ ਸੁੰਦਰ ਫੁੱਲਾਂ ਦੀਆਂ ਮਾਲਾਵਾਂ ਲਈਆਂ, ਸੋਹਣੇ ਸੁੰਦਰ ਫੁੱਲ ਲਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਚੜਾਏ ਹਨ, ਅਰਪਣ ਕੀਤੇ ਨੇ। ਵੇਖ ਰਹੇ ਹੋ ਨਾ, ਅੱਜ ਵੀ ਗੁਰੂ ਕੀਆਂ ਸੰਗਤਾਂ ਜਦੋਂ ਆਉਂਦੀਆਂ ਨੇ ਸਤਿਗੁਰੂ ਜੀ ਦੇ ਦੀਦਾਰ ਕਰਨ ਲਈ, ਕੋਈ ਸੋਹਣੇ ਸੋਹਣੇ ਸੁੰਦਰ ਇਹ ਮਾਲਾਵਾਂ ਫੁੱਲਾਂ ਦੇ ਹਾਰ ਲੈ ਕੇ ਆ ਰਿਹਾ ਹੈ, ਕੋਈ ਸੋਹਣੇ ਗੁਲਦਸਤੇ ਲੈ ਕੇ ਆ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾ ਕਰਦੇ ਨੇ। ਪ੍ਰੇਮ ਹੈ ਗੁਰੂ ਕੇ ਸਿੱਖਾਂ ਦੇ ਅੰਦਰ ਗੁਰੂ ਤਾਈਂ। ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਸੁੰਦਰ ਫੁੱਲ ਉਹ ਮਾਲਾਵਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੱਗੇ ਅਰਪਣ ਕੀਤੀਆਂ ਹਨ। ਉਹ ਧੂਪ ਸੋ ਆਗ ਤੋਂ ਖਾਵਤ। ਤੇ ਅੱਗ ਦੇ ਨਾਲ ਅੱਗ ਲੈ ਕਰਕੇ ਬੜੇ ਬੜੇ ਸੁਗੰਧੀ ਵਾਲੀਆਂ ਧੂਫਾਂ ਜਿਹੜੀਆਂ ਨੇ ਉਹ ਧੁਖਾਈਆਂ ਜਾ ਰਹੀਆਂ ਨੇ। ਕਸ ਚੰਦਨ ਕੇਸਰ ਪਾਵਤ। ਚੰਦਨ ਘਸਾਇਆ ਜਾ ਰਿਹਾ ਹੈ, ਚੰਦਨ ਨੂੰ ਘਸਾ ਕੇ ਕੇਸਰ ਮਿਲਾ ਕਰਕੇ ਚਰਚਨ ਕੀਤਾ ਜਾ ਰਿਹਾ ਹੈ। ਚਰਚੇ ਅਰਚੇ ਸਿੱਖ ਪ੍ਰੀਤ ਤਰੇ। ਬੜੇ ਪ੍ਰੀਤ ਧਾਰਨ ਕਰਕੇ ਗੁਰੂ ਕੇ ਸਿੱਖ ਕੇਸਰ ਚੰਦਨ ਨੂੰ ਰਗੜਦੇ ਨੇ, ਚੰਦਨ ਰਗੜ ਕੇ ਕੇਸਰ ਮਿਲਾ ਕੇ ਉਹਦਾ ਚਰਚਨ ਕਰਦੇ ਨੇ। ਬੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਇਸ ਤਰ੍ਹਾਂ ਸੇਵਾਵਾਂ ਕਰ ਰਹੇ ਹਨ। ਅਰਦਾਸ ਪ੍ਰਸਾਦਨ ਬ੍ਰਿੰਦ ਕਰੇ। ਤੇ ਅਨੇਕਾਂ ਪ੍ਰਕਾਰ ਦੇ ਨਾਲ ਜਿਹੜੇ ਅਰਦਾਸ ਪ੍ਰਸਾਦਨ ਬ੍ਰਿੰਦ ਕਰੇ,
ਗੁਰੂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ, ਗੁਰੂ ਦੀ ਕਿਰਪਾ ਲੈਣ ਦੇ ਲਈ, ਕਿਰਪਾ ਦੇ ਪਾਤਰ ਬਣਨ ਦੇ ਲਈ ਅਨੇਕਾਂ ਗੁਰੂ ਕੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਅਰਦਾਸਾਂ ਕਰਦੇ ਹਨ। ਜੈਕਾਰ ਕਰੇ ਸਭੇ ਇੱਕ ਬਾਰ ਰਰੇ। ਇੱਕ ਆਵਾਜ਼ ਦੇ ਵਿੱਚ ਹੋ ਕੇ ਜੈ ਜੈਕਾਰ ਹੋਵੇ, ਜੈ ਜੈਕਾਰ ਹੋਵੇ, ਇਸ ਤਰ੍ਹਾਂ ਗਾ ਰਹੇ ਹਨ। ਕਰ ਧਾਰ ਰਬਾਬ ਸਤਾਰ ਬਜੇ। ਤੇ ਕੋਈ ਰਬਾਬੀ ਰਬਾਬ ਲੈ ਕੇ, ਕੋਈ ਸਤਾਰ ਲੈ ਕੇ ਵਜਾ ਰਿਹਾ ਹੈ। ਸ਼ਬਦਾਨ ਸੋ ਗਾਏ ਸੋ ਰਾਗ ਸਜੇ। ਤੇ ਰਾਗਾਂ ਦੇ ਵਿੱਚ ਸਜਾ ਸਜਾ ਕੇ ਸੋਹਣੇ ਸੋਹਣੇ ਸੁੰਦਰ ਰਾਗਾਂ ਦੇ ਵਿੱਚ ਬਾਣੀ ਦੇ ਗੁਰੂ ਕੇ ਸ਼ਬਦਾਂ ਦਾ ਗੁਰੂ ਕੇ ਰਬਾਬੀ ਕੀਰਤਨ ਕਰ ਰਹੇ ਨੇ, ਗਾ ਰਹੇ ਹਨ। ਉਹ ਪੀਰ ਪਾਈ ਦਿਸ਼ ਚਾਰੋਂ ਮੈਂ। ਇਸ ਪ੍ਰਕਾਰ ਦੇ ਨਾਲ ਸਿੱਖ ਸੰਗਤਾਂ ਦੀ ਬਹੁਤ ਵੱਡੀ ਭੀੜ ਜਿਹੜੀ ਹੈ ਉਹ ਰਾਮਸਰ ਸਾਹਿਬ ਪਾਵਨ ਸਥਾਨ ਤੇ ਇਕੱਤਰ ਹੋਈ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਸਾਰੀਆਂ ਉਹ ਤਿਆਰੀਆਂ ਕਰ ਰਹੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਕਰਨਾ ਹੈ। ਉਹ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ।